ਹੈਲੋ ਦੋਸਤੋ, ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੌਲੇਜ ਵਿਲਾ ਉੱਪਰ ਬਹੁਤ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਮੈਂ ਪੰਜਾਬ ਪੁਲਿਸ ਦੀ ਜੋ ਭਰਤੀ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਅਤੇ ਟੈਲੀ ਕਮਿਊਨੀਕੇਸ਼ਨ ਵਿੰਗ ਅੰਦਰ ਕਾਂਸਟੇਬਲ ਦੀਆਂ ਭਰਤੀਆਂ ਹੁੰਦੀਆਂ ਨੇ ਉਹਨਾਂ ਬਾਰੇ ਜਾਣਕਾਰੀ ਸਾਂਝੀ ਕਰਾਂਗਾ। ਦੋਸਤੋ, ਮੈਂ ਇੱਕ ਗੱਲ ਪਹਿਲਾਂ ਹੀ ਕਲੀਅਰ ਕਰ ਦੇਵਾਂ ਕਿ ਇਹ ਸਾਰੀ ਜਾਣਕਾਰੀ ਮੈਂ ਜੋ ਪਿਛਲੀ ਵਾਰ IT ਅਤੇ ਟੈਲੀ ਕਮਿਊਨੀਕੇਸ਼ਨ ਵਿੱਚ ਕਾਂਸਟੇਬਲ ਦੀਆਂ ਭਰਤੀਆਂ ਬਾਰੇ ਜੋ ਆਫੀਸ਼ੀਅਲ ਨੋਟੀਫਿਕੇਸ਼ਨ ਆਇਆ ਸੀ ਉਸ ਆਧਾਰ 'ਤੇ ਸਾਂਝੀ ਕਰਨ ਜਾ ਰਿਹਾ ਹਾਂ ਅਤੇ ਕਈ ਮੇਰੇ ਮਿੱਤਰਾਂ ਕੋਲ ਪੁਰਾਣਾ ਨੋਟੀਫਿਕੇਸ਼ਨ ਪਹਿਲਾਂ ਤੋਂ ਹੀ ਹੋਵੇਗਾ ਅਤੇ ਜਾਣਕਾਰੀ ਵੀ ਹੋਵੇਗੀ। ਤਾਂ ਇਹ ਬਹੁਤ ਵਧੀਆ ਗੱਲ ਹੈ ਕਿ ਜਿਨ੍ਹਾਂ ਕੋਲ ਇਸ ਦੀ ਪੂਰੀ ਜਾਣਕਾਰੀ ਪਹਿਲਾਂ ਤੋਂ ਹੀ ਹੈ, ਪਰ ਮੇਰੇ ਕਈ ਮਿੱਤਰਾਂ ਨੂੰ ਇਸ ਬਾਰੇ ਨਹੀਂ ਪਤਾ ਹੋਵੇਗਾ ਕਿ IT ਅਤੇ ਟੈਲੀ ਕਮਿਊਨੀਕੇਸ਼ਨ ਵਿੱਚ ਕਾਂਸਟੇਬਲ ਦੀ ਭਰਤੀ ਦਾ ਕੀ ਪ੍ਰੋਸੈਸ ਹੁੰਦਾ ਹੈ, ਕੀ ਕੁਆਲੀਫਿਕੇਸ਼ਨ ਚਾਹੀਦੀ ਹੈ, ਏਜ ਅਤੇ ਫਿਜ਼ੀਕਲ ਟੈਸਟ ਕਿਵੇਂ ਹੁੰਦੇ ਨੇ ਅਤੇ ਰਿਟਨ ਟੈਸਟ ਹੁੰਦਾ ਹੈ ਜਾਂ ਨਹੀਂ। ਮੈਂ ਤੁਹਾਨੂੰ ਇੱਥੇ ਸਾਰੀ ਪ੍ਰੋਸੈਸ ਸਟੈਪ ਬਾਏ ਸਟੈਪ ਦੱਸਾਂਗਾ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਾਰੇ ਡਾਊਟਸ ਕਲੀਅਰ ਹੋਣ ਤਾਂ ਤੁਸੀਂ ਇਸ ਵੀਡੀਓ ਨੂੰ ਬਿਨਾਂ ਸਕਿਪ ਕੀਤਿਆਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੇਖਣਾ ਹੈ। ਪਿਛਲੀ ਵਾਰ ਜੋ ਭਰਤੀ ਹੋਈ ਹੈ ਉਸ ਵਿੱਚ ਇਹ ਸਾਰੀ ਪ੍ਰੋਸੈਸ ਕੀ ਰਹੀ, ਇਸ ਨਾਲ ਤੁਹਾਨੂੰ ਇੱਕ ਆਈਡੀਆ ਹੋ ਜਾਵੇਗਾ। ਤਾਂ ਦੋਸਤੋ, ਉਮੀਦ ਹੈ ਕਿ ਇਸ ਦਾ ਜੋ ਨਵਾਂ ਨੋਟੀਫਿਕੇਸ਼ਨ ਵੀ ਜਲਦੀ ਆ ਜਾਵੇਗਾ ਅਤੇ ਉਸ ਵਿੱਚ ਘੱਟ ਹੀ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ। ਹੁਣ ਦੋਸਤੋ, ਤੁਸੀਂ ਨੋਟੀਫਿਕੇਸ਼ਨ ਦਾ ਇੰਤਜ਼ਾਰ ਨਹੀਂ ਕਰਨਾ, ਆਪਣੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦੇਣੀ ਹੈ, ਕਿਉਂਕਿ IT ਅਤੇ ਟੈਲੀ ਕਮਿਊਨੀਕੇਸ਼ਨ ਕਾਂਸਟੇਬਲ ਦੀ ਭਰਤੀ ਵਿੱਚ ਫਿਜ਼ੀਕਲ ਟੈਸਟ ਅਤੇ ਰਿਟਨ ਟੈਸਟ ਦੋਨੋਂ ਹੀ ਹੁੰਦੇ ਨੇ। ਆਪਾਂ ਸਭ ਤੋਂ ਪਹਿਲਾਂ ਇਸ ਦੀ ਸਿਲੈਕਸ਼ਨ ਪ੍ਰੋਸੈਸ ਬਾਰੇ ਗੱਲ ਕਰਦੇ ਹਾਂ। ਪੰਜਾਬ ਪੁਲਿਸ ਕਾਂਸਟੇਬਲ IT ਅਤੇ ਟੈਲੀ ਕਮਿਊਨੀਕੇਸ਼ਨ ਵਿੱਚ ਪਿਛਲੀ ਵਾਰ ਆਪਰੇਟਰ ਕਾਂਸਟੇਬਲ, ਸੌਫਟਵੇਅਰ ਕਾਂਸਟੇਬਲ ਅਤੇ ਹਾਰਡਵੇਅਰ ਕਾਂਸਟੇਬਲ ਦੀਆਂ ਭਰਤੀਆਂ ਆਈਆਂ ਸੀ। ਸਭ ਤੋਂ ਪਹਿਲਾਂ ਇਸ ਦਾ ਹੋਇਆ ਸੀ ਜੀ ਫਿਜ਼ੀਕਲ ਟੈਸਟ, ਜਿਸ ਵਿੱਚ ਹਾਈਟ, ਰੇਸ, ਜੰਪ ਹੁੰਦੇ ਨੇ ਅਤੇ ਇਸ ਵਿੱਚ ਕੁਆਲੀਫਾਈ ਕੀਤੇ ਕੈਂਡੀਡੇਟਸ ਨੈਕਸਟ ਫੇਸ ਵਿੱਚ ਗਏ ਸੀ, ਜੋ ਸੀ ਰਿਟਨ ਟੈਸਟ, ਅਤੇ ਰਿਟਨ ਟੈਸਟ ਦੇ ਨੰਬਰਾਂ ਦੇ ਆਧਾਰ 'ਤੇ ਹੀ ਮੈਰਿਟ ਲਿਸਟ ਬਣਾਈ ਗਈ ਸੀ। ਦੋਸਤੋ, ਇਹ ਸੀ ਇਸ ਦਾ ਸਿਲੈਕਸ਼ਨ ਪ੍ਰੋਸੈਸ। ਤਾਂ ਇਸ ਦੇ ਸਿਲੈਕਸ਼ਨ ਪ੍ਰੋਸੈਸ ਵਿੱਚ ਪਹਿਲਾਂ ਹਾਈਟ ਅਤੇ ਫਿਜ਼ੀਕਲ ਟੈਸਟ, ਰੇਸ, ਜੰਪ ਵਗੈਰਾ ਵਿੱਚੋਂ ਕੁਆਲੀਫਾਈ ਕਰਨਾ ਜ਼ਰੂਰੀ ਹੁੰਦਾ ਹੈ। ਦੈਨ ਰਿਟਨ ਟੈਸਟ ਦੇ ਆਧਾਰ 'ਤੇ ਹੀ ਮੈਰਿਟ ਲਿਸਟ ਬਣਦੀ ਹੈ। ਨੈਕਸਟ ਏਜ ਦੀ ਗੱਲ ਕਰੀਏ ਤਾਂ ਜਨਰਲ ਕੈਂਡੀਡੇਟਸ ਵਾਸਤੇ ਏਜ ਲਿਮਿਟ 18 ਤੋਂ 28 ਸਾਲ ਰੱਖੀ ਗਈ ਸੀ ਅਤੇ SC ST BC ਵਾਸਤੇ 5 ਸਾਲ ਦੀ ਛੋਟ ਦਿੱਤੀ ਗਈ ਸੀ। ਐਕਸ ਸਰਵਿਸਮੈਨ ਵਾਸਤੇ ਇਹ ਛੋਟ 3 ਸਾਲ ਦੀ ਸੀ। ਕੁਆਲੀਫਿਕੇਸ਼ਨ ਦੇਖੀਏ ਤਾਂ ਸਭ ਤੋਂ ਪਹਿਲਾਂ ਕਾਂਸਟੇਬਲ ਆਪਰੇਟਰ ਲਈ ਜੋ ਕੁਆਲੀਫਿਕੇਸ਼ਨ ਸੀ ਉਹ ਇਸ ਤਰ੍ਹਾਂ ਸੀ। ਨੰਬਰ 1 ਤੇ 10+2 ਵਿਦ ਫਿਜ਼ਿਕਸ ਐਜ਼ ਵਨ ਆਫ ਰੈਗੂਲਰ ਸਬਜੈਕਟ ਦੇ ਨਾਲ ਬੇਸਿਕ ਕੰਪਿਊਟਰ ਕੋਰਸ 200 ਘੰਟਿਆਂ ਦਾ ਹੋਣਾ ਚਾਹੀਦਾ ਸੀ, ਜਾਂ ਫਿਰ 10+2 ਵਿਦ ਫਿਜ਼ਿਕਸ ਐਜ਼ ਵਨ ਆਫ ਰੈਗੂਲਰ ਸਬਜੈਕਟ ਦੇ ਨਾਲ BSc IT ਜਾਂ BCA ਦੀ ਡਿਗਰੀ ਹੋਣੀ ਜ਼ਰੂਰੀ ਸੀ। ਜੇਕਰ ਤੁਹਾਡੇ ਕੋਲ ਇਹ ਵੀ ਨਹੀਂ ਸੀ ਤਾਂ ਥਰਡ ਆਪਸ਼ਨ ਸੀ 10th ਦੇ ਨਾਲ ਡਿਪਲੋਮਾ ਇਨ ਕੰਪਿਊਟਰ ਇੰਜੀਨੀਅਰਿੰਗ ਜਾਂ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ 3 ਸਾਲ ਦਾ ਡਿਪਲੋਮਾ ਹੋਣਾ ਜ਼ਰੂਰੀ ਸੀ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਇਲੈਕਟ੍ਰੋਨਿਕਸ ਜਾਂ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਦੇ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੈ ਤਾਂ ਤੁਸੀਂ ਕਾਂਸਟੇਬਲ ਆਪਰੇਟਰ ਲਈ ਅਪਲਾਈ ਕਰ ਸਕਦੇ ਸੀ। ਤਾਂ ਦੋਸਤੋ, ਜੇਕਰ ਤੁਹਾਡੇ ਕੋਲ ਇਹਨਾਂ ਚਾਰਾਂ ਕੰਬੀਨੇਸ਼ਨਸ ਵਿੱਚੋਂ ਇੱਕ ਵੀ ਕੁਆਲੀਫਿਕੇਸ਼ਨ ਕੰਬੀਨੇਸ਼ਨ ਸੀ ਤਾਂ ਤੁਸੀਂ ਕਾਂਸਟੇਬਲ ਆਪਰੇਟਰ ਲਈ ਅਪਲਾਈ ਕਰ ਸਕਦੇ ਸੀ। ਨੈਕਸਟ ਗੱਲ ਕਰੀਏ ਕਾਂਸਟੇਬਲ ਹਾਰਡਵੇਅਰ ਦੀ ਕੁਆਲੀਫਿਕੇਸ਼ਨ ਦੀ, ਤਾਂ ਦੋਸਤੋ ਇਸ ਲਈ ਨੰਬਰ 1 ਤੇ 10ਵੀਂ ਦੇ ਨਾਲ 1 ਸਾਲ ਦਾ ਕੋਰਸ ਕੰਪਿਊਟਰ ਹਾਰਡਵੇਅਰ ਮੇਨਟੇਨੈਂਸ ਅਪਰੂਵਡ ਬਾਏ NCVT ਵਿਦ 1 year ਐਕਸਪੀਰੀਅੰਸ ਸਰਟੀਫਾਈਡ ਬਾਏ ਲੇਬਰ ਆਫਿਸਰ ਹੋਣੀ ਚਾਹੀਦੀ ਸੀ। ਦੋਸਤੋ, ਮੈਂ ਤੁਹਾਨੂੰ ਡਿਟੇਲ ਵਿੱਚ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਡਾਕੂਮੈਂਟ ਵੈਰੀਫਿਕੇਸ਼ਨ ਵਿੱਚ ਜਿਹੜੀਆਂ ਕੁਆਲੀਫਿਕੇਸ਼ਨਸ ਮੈਂਸ਼ਨ ਕੀਤੀਆਂ ਹੁੰਦੀਆਂ ਨੇ ਬਹੁਤ ਮੈਟਰ ਕਰਦੀਆਂ ਨੇ। ਮੰਨ ਲਓ ਜੇਕਰ ਸਹੀ ਜਾਣਕਾਰੀ ਨਾ ਹੋਵੇ ਅਤੇ ਤੁਸੀਂ ਫਿਜ਼ੀਕਲ ਅਤੇ ਰਿਟਨ ਟੈਸਟ ਪਾਸ ਵੀ ਕਰ ਲਓ ਪਰ ਬਾਅਦ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਵਿੱਚ ਰਿਜੈਕਟ ਕਰ ਦਿੱਤਾ ਜਾਵੇ ਤਾਂ ਕੈਂਡੀਡੇਟਸ ਨੂੰ ਬਹੁਤ ਦੁੱਖ ਹੁੰਦਾ ਹੈ। ਖੈਰ ਦੋਸਤੋ, ਕਾਂਸਟੇਬਲ ਹਾਰਡਵੇਅਰ ਵਾਸਤੇ ਕੁਆਲੀਫਿਕੇਸ਼ਨ ਵਿੱਚ ਦੂਸਰੇ ਨੰਬਰ 'ਤੇ ਜੋ ਕੰਬੀਨੇਸ਼ਨ ਹੈ ਇਸ ਤਰ੍ਹਾਂ ਸੀ। ਜੇਕਰ ਤੁਸੀਂ 10th ਦੇ ਨਾਲ ਤੁਹਾਡੇ ਕੋਲ ਸਰਟੀਫਿਕੇਟ ਕੋਰਸ ਇਨ ਇਨਫੋਰਮੇਸ਼ਨ ਟੈਕਨੋਲੋਜੀ ਅਤੇ ਇਲੈਕਟ੍ਰੋਨਿਕਸ ਸਿਸਟਮ ਮੇਨਟੇਨੈਂਸ ਵਿੱਚ 2 ਸਾਲ ਦਾ ਡਿਪਲੋਮਾ ਜਾਂ ਸਰਟੀਫਿਕੇਟ ਕੋਰਸ ਇਨ ਇਨਫੋਰਮੇਸ਼ਨ ਇਨ ਕਮਿਊਨੀਕੇਸ਼ਨ ਟੈਕਨੋਲੋਜੀ ਸਿਸਟਮ ਮੇਨਟੇਨੈਂਸ ਵਿੱਚ 2 ਸਾਲ ਦਾ NCVT ਦਾ ਸਰਟੀਫਿਕੇਟ ਹੋਣਾ ਚਾਹੀਦਾ ਸੀ। ਨੰਬਰ 3 'ਤੇ ਜੇਕਰ 10ਵੀਂ ਦੇ ਨਾਲ
3 ਸਾਲ ਦਾ ਡਿਪਲੋਮਾ ਇਨ ਕੰਪਿਊਟਰ ਇੰਜੀਨੀਅਰਿੰਗ ਜਾਂ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦਾ ਡਿਪਲੋਮਾ ਹੋਣਾ ਚਾਹੀਦਾ ਸੀ। ਨੰਬਰ 4 'ਤੇ ਜੇਕਰ ਤੁਹਾਡੇ ਕੋਲ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਹੈ ਤਾਂ ਤੁਸੀਂ ਇਸ ਪੋਸਟ ਵਾਸਤੇ ਕਾਂਸਟੇਬਲ ਹਾਰਡਵੇਅਰ ਵਾਸਤੇ ਅਪਲਾਈ ਕਰ ਸਕਦੇ ਸੀ। ਨੈਕਸਟ ਦੇਖਦੇ ਹਾਂ ਜੀ, ਕਾਂਸਟੇਬਲ ਸੌਫਟਵੇਅਰ ਵਾਸਤੇ ਕੀ ਕੁਆਲੀਫਿਕੇਸ਼ਨ ਚਾਹੀਦੀਆਂ ਸੀ। ਤਾਂ ਇਸ ਵਾਸਤੇ ਤੁਹਾਡੇ ਕੋਲ 10th ਦੇ ਨਾਲ 1 year ਕੋਰਸ ਇਨ ਕੰਪਿਊਟਰ ਆਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਪਰੂਵਡ ਬਾਏ NCVT ਅਤੇ 1 year ਐਕਸਪੀਰੀਅੰਸ ਸਰਟੀਫਾਈਡ ਬਾਏ ਲੇਬਰ ਆਫਿਸਰ ਹੋਣਾ ਚਾਹੀਦਾ ਸੀ। ਨੰਬਰ 2 'ਤੇ 10+2 ਦੇ ਨਾਲ O ਲੈਵਲ ਕੰਪਿਊਟਰ ਕੋਰਸ ਫਰੋਮ NIELT ਜਾਂ DOEACC ਤੋਂ ਹੋਣਾ ਚਾਹੀਦਾ ਸੀ। ਨੰਬਰ 3 'ਤੇ 10ਵੀਂ ਦੇ ਨਾਲ 3 ਸਾਲ ਦਾ ਡਿਪਲੋਮਾ ਇਨ ਇਨਫੋਰਮੇਸ਼ਨ ਟੈਕਨੋਲੋਜੀ ਹੋਣਾ ਚਾਹੀਦਾ ਸੀ। ਨੰਬਰ 4 'ਤੇ ਕੰਪਿਊਟਰ ਸਾਇੰਸ ਜਾਂ ਸੌਫਟਵੇਅਰ ਇੰਜੀਨੀਅਰਿੰਗ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਜਾਂ ਕੰਪਿਊਟਰ ਐਪਲੀਕੇਸ਼ਨ ਵਿੱਚ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਦੀ ਡਿਗਰੀ ਹੋਣਾ ਜ਼ਰੂਰੀ ਸੀ, ਤਾਂ ਤੁਸੀਂ ਇਸ ਪੋਸਟ ਵਾਸਤੇ ਅਪਲਾਈ ਕਰ ਸਕਦੇ ਸੀ। ਜੇਕਰ ਤੁਹਾਡੇ ਕੋਲ ਇਹਨਾਂ ਚਾਰਾਂ ਵਿੱਚੋਂ ਇੱਕ ਵੀ ਕੁਆਲੀਫਿਕੇਸ਼ਨ ਕੰਬੀਨੇਸ਼ਨ ਸੀ ਤਾਂ ਤੁਸੀਂ ਇਸ ਲਈ ਅਪਲਾਈ ਕਰ ਸਕਦੇ ਸੀ। ਇਸ ਤੋਂ ਇਲਾਵਾ ਹਰ ਇੱਕ ਪੋਸਟ ਵਾਸਤੇ ਕੈਂਡੀਡੇਟ ਦਾ 10th ਵਿੱਚੋਂ ਪੰਜਾਬੀ ਸਬਜੈਕਟ ਐਜ਼ ਕੰਪਲਸਰੀ ਜਾਂ ਇਲੈਕਟਿਵ ਸਬਜੈਕਟ ਤੌਰ 'ਤੇ ਪਾਸ ਹੋਣਾ ਜ਼ਰੂਰੀ ਸੀ। ਦੋਸਤੋ, ਇਹ ਵੀਡੀਓ ਥੋੜ੍ਹੀ ਲੰਬੀ ਜ਼ਰੂਰ ਜਾ ਸਕਦੀ ਹੈ, ਪਰ ਹੋਪ ਤੁਹਾਡੇ ਜਿਹੜੇ ਡਾਊਟ ਨੇ ਉਹ ਵੀ ਚੰਗੀ ਤਰ੍ਹਾਂ ਕਲੀਅਰ ਹੋ ਜਾਣਗੇ। ਨੈਕਸਟ ਗੱਲ ਕਰਦੇ ਹਾਂ ਹਾਈਟ ਦੀ। ਮੇਲ ਕੈਂਡੀਡੇਟ ਵਾਸਤੇ ਹਾਈਟ 5 ਫੁੱਟ 5 ਇੰਚ ਅਤੇ ਫੀਮੇਲ ਕੈਂਡੀਡੇਟ ਵਾਸਤੇ ਹਾਈਟ 5 ਫੁੱਟ 1 ਇੰਚ ਰੱਖੀ ਗਈ ਸੀ। ਅਤੇ ਦੋਸਤੋ, ਇਸ ਤੋਂ ਬਾਅਦ ਰੇਸ ਦੀ ਗੱਲ ਕਰੀਏ ਤਾਂ ਮੇਲ ਕੈਂਡੀਡੇਟ ਨੇ 800 ਮੀਟਰ ਰੇਸ 4 ਮਿੰਟ ਵਿੱਚ ਪੂਰੀ ਕਰਨੀ ਸੀ ਅਤੇ ਇਸ ਦੇ ਲਈ 1 ਚਾਂਸ ਮਿਲਦਾ ਸੀ। ਅਤੇ ਮੇਲ ਕੈਂਡੀਡੇਟ ਵਾਸਤੇ ਜਿਹੜਾ ਲੌਂਗ ਜੰਪ ਸੀ 9 ਫੁੱਟ ਦਾ ਸੀ ਅਤੇ 3 ਚਾਂਸ ਮਿਲਦੇ ਸੀ ਅਤੇ ਹਾਈ ਜੰਪ 3 ਫੁੱਟ ਦਾ ਸੀ ਅਤੇ 3 ਚਾਂਸ ਮਿਲਦੇ ਸੀ। ਫੀਮੇਲ ਕੈਂਡੀਡੇਟਸ ਵਾਸਤੇ ਜਿਹੜਾ ਕ੍ਰਾਈਟੇਰੀਆ ਸੀ ਉਹ ਇਸ ਤਰ੍ਹਾਂ ਸੀ। ਫੀਮੇਲਸ ਨੇ ਰੇਸ 400 ਮੀਟਰ 2 ਮਿੰਟ ਵਿੱਚ ਪੂਰੀ ਕਰਨੀ ਸੀ, ਇਸ ਲਈ 1 ਚਾਂਸ ਮਿਲਦਾ ਸੀ। ਲੌਂਗ ਜੰਪ 6 ਫੁੱਟ ਦਾ ਸੀ ਅਤੇ ਇਸ ਲਈ 3 ਚਾਂਸ ਮਿਲਦੇ ਸੀ। ਹਾਈ ਜੰਪ 2.5 ਫੁੱਟ ਦਾ ਸੀ, ਇਸ ਲਈ 3 ਚਾਂਸ ਮਿਲਦੇ ਸੀ। ਐਕਸ ਸਰਵਿਸਮੈਨ ਵਾਸਤੇ 800 ਮੀਟਰ ਜੋ ਵਾਕ ਜਾਂ ਰੇਸ 6 ਮਿੰਟ ਵਿੱਚ ਕੰਪਲੀਟ ਕਰਨੀ ਹੁੰਦੀ ਸੀ। ਹੁਣ ਜਿਹੜਾ ਵੀ ਹਾਈਟ ਵਿੱਚੋਂ ਕੁਆਲੀਫਾਈ ਕਰਦਾ ਸੀ, ਦੈਨ ਰੇਸ, ਹਾਈ ਅਤੇ ਲੌਂਗ ਜੰਪ ਵਾਸਤੇ ਕੁਆਲੀਫਾਈ ਕਰਦਾ ਸੀ ਅਤੇ ਇਹਨਾਂ ਸਭ ਵਿੱਚੋਂ ਕੁਆਲੀਫਾਈ ਕਰਨ ਵਾਲਾ ਰਿਟਨ ਟੈਸਟ ਵਿੱਚ ਬੈਠਦਾ ਸੀ। ਰਿਟਨ ਟੈਸਟ ਤਾਂ ਦੋਸਤੋ ਇਹ ਪਿਛਲੀ ਰਿਕਰੂਟਮੈਂਟ ਵਿੱਚ OMR ਸ਼ੀਟ ਉੱਪਰ ਲਿਆ ਗਿਆ ਸੀ। ਇਸ ਦਾ ਐਗਜ਼ਾਮ ਪੈਟਰਨ ਇਸ ਤਰ੍ਹਾਂ ਸੀ। ਪਾਰਟ 1 ਵਿੱਚ 30 ਮਾਰਕਸ ਦੇ ਕੁਐਸਚਨ ਪੁੱਛੇ ਗਏ ਸੀ। ਇਸ ਵਿੱਚ GK ਇਨਵਾਇਰਮੈਂਟਲ ਸਾਇੰਸ ਦਾ ਪਾਰਟ ਸੀ। GK ਵਿੱਚ ਕਰੰਟ ਅਫੇਅਰਸ, ਨੈਸ਼ਨਲ ਇੰਟਰਨੈਸ਼ਨਲ GK, ਹਿਸਟਰੀ, ਜਿਓਗ੍ਰਾਫੀ, ਇਕੋਨਮੀ ਅਤੇ ਪੋਲਿਟੀ ਆਫ ਇੰਡੀਆ ਐਂਡ ਪੰਜਾਬ ਦਾ ਸਿਲੇਬਸ ਆਇਆ ਸੀ। ਪਾਰਟ 2 ਵੀ 30 ਮਾਰਕਸ ਦਾ ਸੀ, ਜਿਸ ਵਿੱਚ ਕੁਆਂਟੀਟਿਵ ਐਪਟੀਟਿਊਡ, ਲੌਜੀਕਲ ਰੀਜ਼ਨਿੰਗ, ਨੂਮੈਰੀਕਲ ਐਪਟੀਟਿਊਡ, ਰੀਡਿੰਗ ਕੰਪ੍ਰੀਹੈਂਸ਼ਨ ਰਿਲੇਟਡ ਸਿਲੇਬਸ ਵਿੱਚੋਂ ਕੁਐਸਚਨ ਆਇਆ ਸੀ। ਪਾਰਟ 3 ਵਿੱਚ 40 ਮਾਰਕਸ ਦੇ ਕੁਐਸਚਨ ਆਏ ਸੀ। ਇਹ ਤਿੰਨੋਂ ਕੈਟਾਗਰੀ ਜਿਵੇਂ ਕਾਂਸਟੇਬਲ, ਆਪਰੇਟਰ ਅਤੇ ਹਾਰਡਵੇਅਰ ਸੌਫਟਵੇਅਰ ਨਾਲ ਰਿਲੇਟਡ ਕੁਐਸਚਨ ਆਏ ਸਨ। ਤੁਸੀਂ ਸਕਰੀਨ ਉੱਪਰ ਇਸ ਦਾ ਡਿਟੇਲ ਸਿਲੇਬਸ ਦੇਖ ਸਕਦੇ ਹੋ। ਦੋਸਤੋ, ਇਹ ਹੈ ਜੀ ਆਪਰੇਟਰ ਦਾ ਸਿਲੇਬਸ, ਨੈਕਸਟ ਹੈ ਜੀ ਹਾਰਡਵੇਅਰ ਦਾ ਸਿਲੇਬਸ ਅਤੇ ਨੈਕਸਟ ਸੌਫਟਵੇਅਰ ਦਾ ਸਿਲੇਬਸ। ਰਿਟਨ ਟੈਸਟ ਵਿੱਚ ਜਨਰਲ ਕੈਂਡੀਡੇਟ ਲਈ ਪਾਸਿੰਗ ਮਾਰਕਸ 50 ਰੱਖੇ ਗਏ ਸੀ ਅਤੇ SC ST BC ਵਾਸਤੇ 40 ਨੰਬਰ ਪਾਸਿੰਗ ਮਾਰਕਸ ਰੱਖੇ ਗਏ ਸੀ। ਫੀਸ ਦਾ ਦੇਖੀਏ ਤਾਂ ਜਨਰਲ ਕੈਂਡੀਡੇਟ ਵਾਸਤੇ 400 ਰੁਪਏ ਫੀਸ ਰੱਖੀ ਗਈ ਸੀ ਅਤੇ SC ST BC ਵਾਸਤੇ 100 ਰੁਪਏ ਫੀਸ ਰੱਖੀ ਗਈ ਸੀ। ਐਕਸ ਸਰਵਿਸਮੈਨ ਵਾਸਤੇ ਕੋਈ ਫੀਸ ਨਹੀਂ ਰੱਖੀ ਗਈ ਸੀ। ਦੋਸਤੋ, ਇਹ ਸੀ ਲਾਸਟ ਟਾਈਮ ਰਿਕਰੂਟਮੈਂਟ ਦਾ ਸਾਰਾ ਕ੍ਰਾਈਟੇਰੀਆ ਅਤੇ ਸਿਲੈਕਸ਼ਨ ਪ੍ਰੋਸੈਸ। ਦੋਸਤੋ, ਮੇਰਾ ਮੇਨ ਮੋਟਿਵ ਇਸ ਵੀਡੀਓ ਨੂੰ ਬਣਾਉਣ ਦਾ ਇਹ ਸੀ ਕਿ ਤੁਹਾਨੂੰ ਇੱਕ ਆਈਡੀਆ ਮਿਲ ਜਾਵੇ, ਖਾਸ ਕਰ ਜਿਨ੍ਹਾਂ ਨੂੰ IT ਅਤੇ ਟੈਲੀ ਕਮਿਊਨੀਕੇਸ਼ਨ ਵਿੱਚ ਕਾਂਸਟੇਬਲ ਦੀਆਂ ਭਰਤੀਆਂ ਬਾਰੇ ਪਤਾ ਨਹੀਂ, ਉਹਨਾਂ ਨੂੰ ਇਸ ਤੋਂ ਜਾਣੂ ਕਰਵਾਉਣਾ। ਹੋਪ ਕਰਦੇ ਹਾਂ ਕਿ ਇਸ ਰਿਕਰੂਟਮੈਂਟ ਸੰਬੰਧੀ ਜੋ ਨੋਟੀਫਿਕੇਸ਼ਨ ਜਲਦੀ ਹੀ ਆਵੇਗਾ। ਤੁਸੀਂ ਆਪਣੀ ਤਿਆਰੀ ਰੱਖਣੀ ਹੈ। ਤਾਂ ਇਹ ਸੀ ਸਿਲੈਕਸ਼ਨ ਪ੍ਰੋਸੈਸ ਬਾਰੇ ਜਾਣਕਾਰੀ। ਹੋਰਾਂ ਜੋਬ ਵਾਸਤੇ ਸਾਡੇ ਇਸ ਚੈਨਲ ਨਾਲ ਬਣੇ ਰਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।